ਪੰਜਾਬੀ ਵਿੱਚ ਬਾਲ ਕਹਾਣੀਆਂ ਦਾ ਬਹੁਤ ਵੱਡਾ ਮਹੱਤਵਪੂਰਨ ਸਥਾਨ ਹੈ। ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਲੋਕੀ ਰਾਤ ਨੂੰ ਸੱਥਾਂ ਦੇ ਵਿੱਚ ਬੈਠ ਕੇ ਕਹਾਣੀਆਂ ਸੁਣਾਉਂਦੇ ਸਨ। ਖਾਸ ਕਰ ਉਹ ਲੋਕ ਜਿਹੜੇ ਲੋਕ ਦੂਰ ਦਰਾਡੇ ਦੁਨੀਆ ਦੇ ਵਿੱਚ ਘੁੰਮੇ ਹੁੰਦੇ ਸਨ ਜਾਂ ਕਿਤੇ ਕੰਮਕਾਰ ਦੀ ਭਾਲ ਵਿੱਚ ਜਾਂ ਵੈਸੇ ਹੀ ਘੁਮੱਕੜ ਕਿਸਮ ਦੇ ਲੋਕ ਜਿਹੜੇ ਘੁੰਮਦੇ ਸਨ, ਉਹ ਫਿਰ ਆ ਕੇ ਉੱਥੇ ਦੀਆਂ ਕਹਾਣੀਆਂ ਸੁਣਾਉਂਦੇ ਸਨ ਜਾਂ ਚਿਤਕਾਰੇ ਲਾ ਕੇ ਵੀ ਸੁਣਾਉਂਦੇ ਸਨ, ਆਪਣੇ ਕੋਲੋਂ ਜੋੜ ਕੇ ਵੀ ਸੁਣਾਉਂਦੇ ਸਨ। ਅਤੇ ਇੱਕ ਬਹੁਤ ਵੱਡੀ ਜਿਹਨੂੰ ਆਪਾਂ ਕਹੀਏ ਕਿ ਵਿਚਿੱਤਰਤਾ ਜਿਹੜੀ ਆ ਉਹ ਪੈਦਾ ਕਰਦੇ ਸਨ। ਅਤੇ ਕਈ ਲੋਕ ਐਸੇ ਵੀ ਸਨ ਜੋ ਜਿਵੇਂ ਜਸੂਸ ਸਨ, ਜਾਂ ਉਹ ਜਦੋਂ ਦੂਜੀਆਂ ਥਾਵਾਂ ਤੋਂ ਆਉਂਦੇ ਆ ਜਾਂਦੇ ਆ ਤਾਂ ਉਹ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਸੁਣਾਉਂਦੇ ਆ। ਅਤੇ ਲੋਕਾਂ ਦੇ ਵਿੱਚ ਜਿਹੜੇ ਲੋਕ ਪਿੰਡ ਦੇ ਵਿੱਚ ਹੀ ਮਤਲਬ ਰਹੇ ਹੁੰਦੇ ਆ ਵੀ ਇੱਕ ਥਾਂ 'ਤੇ ਆਏ ਆ, ਆਪਣੇ ਪੱਠੇ ਵੱਢ ਲੈ, ਖੇਤੀ ਕਰ ਲਈ ਜਾਂ ਹੋਰ ਕੰਮ ਕਰ ਲਏ ਅਤੇ ਘਰਾਂ ਦੇ ਵਿੱਚ ਰੋਟੀਆਂ ਖਾਧੀਆਂ ਅਤੇ ਸੌਂ ਗਏ। ਉਹਨਾਂ ਲੋਕਾਂ ਲਈ ਇਹ ਉਹ ਬਹੁਤ ਹੀ ਵਿਚਿੱਤਰ ਅਤੇ ਬੜੀ ਹੀ ਜ਼ਰੂਰੀ ਚੀਜ਼ਾਂ ਹੁੰਦੀਆਂ ਸਨ ਉਹਨਾਂ ਦੀ ਮਾਨਸਿਕ ਖੁਰਾਕ ਦੇ ਲਈ। ਅਤੇ ਉਹ ਲੋਕਾਂ ਨੇ ਮਤਲਬ ਦੀ ਇੱਜ਼ਤ ਵੀ ਬੜੀ ਫਿਰ ਉਹ ਕਰਦੇ ਸੀਗੇ ਦਿਹਾੜੀ ਦੇ ਵਿੱਚ, ਦਿਨ ਵਿੱਚ, ਪੰਚਾਇਤ ਵਿੱਚ, ਹੋਰਨਾਂ ਥਾਵਾਂ 'ਤੇ, ਕਿਉਂਕਿ ਉਹ ਉਹਨਾਂ ਦੇ ਲਈ ਬਹੁਤ ਹੀ ਇੱਕ ਭਾਵਪੂਰਤ ਅਤੇ ਜਿਹੜਾ ਹੈਗਾ ਆ ਐਂਟਰਟੇਨਿੰਗ ਜਾਂ ਇਹਨੂੰ ਕਹਿ ਲਓ ਕਿ ਮਨੋਰੰਜਕ ਜਿਹੜਾ ਸਾਧਨ ਬਣਦਾ ਸੀ, ਤਾਂ ਉਹਨੂੰ ਕਿਸੇ ਵੀ ਸੂਰਤ ਵਿੱਚ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਪਰ ਜਿਹੜੀ ਕਹਾਣੀ ਬੱਚਿਆਂ ਲਈ ਸੀ ਉਹ ਘਰ ਦੇ ਵਿੱਚ ਹੀ ਮਹਿਦੂਦ ਸੀ, ਉਹ ਬਾਹਰ ਸੱਥ ਦੇ ਵਿੱਚ ਨਹੀਂ ਸੀ। ਉਹ ਕਹਾਣੀ ਜਿਹੜੀ ਸੀਗੀ ਬੱਚਿਆਂ ਲਈ, ਉਹ ਦਾਦੀ ਜਾਂ ਨਾਨਾ ਜਾਂ ਨਾਨੀ ਜਾਂ ਦਾਦਾ ਦਾਦੀ ਉਹ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਸਨ। ਅਤੇ ਉਹ ਜਿਹੜੀਆਂ ਕਹਾਣੀਆਂ ਸਨ ਉਹਦੇ ਵਿੱਚ ਵੀ ਵਿਚਿੱਤਰਤਾ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਗਿਣੀ ਜਾਂਦੀ ਹੁੰਦੀ ਸੀਗੀ। ਅਤੇ ਉਹ ਬੱਚੇ ਦੇ ਅੰਦਰ ਇੱਕ ਸੁਪਨਾ ਪੈਦਾ ਕਰਨ ਦੇ ਲਈ ਉਹ ਕਹਾਣੀ ਸੁਣਾਈ ਜਾਂਦੀ ਸੀ, ਜਾਂ ਉਹਨੂੰ ਅਚੇਤ ਰੂਪ ਦੇ ਵਿੱਚ ਕਿਸੇ ਗੱਲ ਤੋਂ ਵਰਜਣ ਲਈ ਵੀ ਜਿਹੜੀ ਆ ਕਹਾਣੀ ਸੁਣਾਈ ਜਾਂਦੀ ਸੀਗੀ। ਪਰ ਉਹ ਸਮੇਂ ਜਿਹੜੇ ਸਨ ਉਹ ਬੜੇ ਘੁੱਟਵੇਂ ਸਮੇਂ ਸਨ, ਮਤਲਬ ਸੀਮਤ ਸਮੇਂ ਸਨ। ਜਿਹੜੀ ਗੱਲਬਾਤ ਹੈ ਉਹ ਵੀ ਸੀਮਤ ਹੁੰਦੀ ਸੀ। ਦੁਨੀਆ ਦੇ ਵਿੱਚ ਮੋਟੇ ਤੌਰ 'ਤੇ ਸਾਰੀਆਂ ਭਾਸ਼ਾਵਾਂ ਦੇ ਵਿੱਚ, ਸਾਰੀਆਂ ਕੌਮਾਂ ਦੇ ਵਿੱਚ ਕਹਾਣੀਆਂ ਸੁਣਾਈਆਂ ਜਾਂਦੀਆਂ, ਔਰ ਕਹਾਣੀਆਂ ਜਿਹੜੀਆਂ ਉਹ ਕਹਾਣੀਆਂ ਨੇ ਉਹ ਮੈਂ ਜਦੋਂ ਸਾਰੀਆਂ ਕਹਾਣੀਆਂ ਪੜ੍ਹੀਆਂ ਤਾਂ ਮੈਨੂੰ ਇਹ ਲੱਗਾ ਕਿ ਮੂਲ ਵਿੱਚ 7-8 ਹੀ ਕਹਾਣੀਆਂ ਨੇ ਟੋਟਲ। ਉਹਨਾਂ ਦੇ ਵਿੱਚੋਂ ਹੀ ਅੱਗੇ ਵੱਖ-ਵੱਖ ਕਿਸਮ ਦੀ ਜਿਹੜੀ ਕਹਾਣੀ ਆ ਉਹ ਨਿਕਲਦੀ ਆ ਉਹਦੇ ਉੱਤੇ ਆ। ਉਹਦੇ ਵਿੱਚ ਜਿਵੇਂ ਇਹ ਕਹਿ ਲਓ ਕਿ ਵੀ ਖਾਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਨੀਆਂ, ਜਾਂ ਸੁਪਨੇ, ਰਾਜਿਆਂ ਮਹਾਰਾਜਿਆਂ ਦੇ ਸੁਪਨੇ, ਅਮੀਰੀ ਦੇ ਸੁਪਨੇ, ਅਤੇ ਜਾਂ ਫਿਰ ਡਰਾਉਣ ਵਾਲੇ ਜਿਹੜੇ ਚੀਜ਼ਾਂ ਨੇ ਜਿਵੇਂ ਦੈਂਤ ਨੇ ਜਾਂ ਹੋਰ ਆ। ਅਤੇ ਫਿਰ ਉਹਨਾਂ ਦੇ ਵਿੱਚੋਂ ਜਿਵੇਂ ਚੜੇਲਾਂ ਨੇ, ਜਾਂ ਮਤਲਬ ਭੂਤਨੀ ਕਹਿ ਲਓ, ਜਾਦੂਗਰਨੀ ਕਹਿ ਲਓ। ਜਾਦੂਗਰਨੀ ਦੇ ਵਿੱਚ ਫੈਂਟੈਸੀ ਆ ਜਾਂਦੀ ਆ, ਵਿਚਿੱਤਰਤਾ ਆ ਜਾਂਦੀ ਆ ਉਹਦੇ ਵਿੱਚ। ਅਤੇ ਇਹ ਜਿਹੜੀਆਂ ਕਹਾਣੀਆਂ ਸੀਗੀਆਂ ਮੂਲ ਰੂਪ ਦੇ ਵਿੱਚ 7-8 ਕਿਸਮ ਦੀਆਂ ਕਹਾਣੀਆਂ ਜਾਂ ਸਬਜੈਕਟ ਦੇ ਉੱਤੇ ਕਹਾਣੀਆਂ ਜਿਹੜੀਆਂ ਉਹ ਲਿਖੀਆਂ ਗਈਆਂ। ਕਿਉਂਕਿ ਉਹਨਾਂ ਲੋਕਾਂ ਦੀ ਜਿਹੜੀ ਕਹਾਣੀਆਂ ਬਣਾਉਣ ਵਾਲੇ, ਸੁਣਾਉਣ ਵਾਲੇ ਸੀਗੇ, ਉਹਨਾਂ ਦੀ ਜਿਹੜੀ ਸੋਚ ਦੀ ਸੀਮਾ ਸੀ ਉਹ ਉੱਥੇ ਤੱਕ ਹੀ ਅਟਕੀ ਹੋਈ ਸੀ, ਔਰ ਸਾਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਹੋ ਰਿਹਾ ਸੀਗਾ। ਮੈਂ ਤਕਰੀਬਨ 30 ਭਾਸ਼ਾਵਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਟਰਾਂਸਲੇਟ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀਆਂ ਮੂਲ ਭਾਵਾਂ ਪੜ੍ਹਨ ਦੀਆਂ ਕੋਸ਼ਿਸ਼ ਕੀਤੀਆਂ। ਖਾਸ ਕਰ ਜਿਹੜੀਆਂ ਚਾਈਨੀਜ਼ ਕਹਾਣੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਆ ਉਹ ਜ਼ਿਆਦਾ ਜਿਹੜੇ ਆ ਉਹ ਵੱਡੇ ਦਿਓ ਦੈਤ ਜਾਂ ਮਤਲਬ ਜਾਦੂਗਰ ਜਿਹੜੇ ਆ ਉਹਨਾਂ ਦੀਆਂ ਕਹਾਣੀਆਂ ਬਹੁਤ ਕਹਾਣੀਆਂ ਨੇ, ਉਹਨਾਂ ਦੀਆਂ ਸੈਂਕੜੇ ਕਿਸਮ ਦੀਆਂ ਕਹਾਣੀਆਂ ਉਹਨਾਂ ਦੀਆਂ ਉਹਦੇ ਵਿੱਚ ਹੈਗੀਆਂ ਨੇ। ਪਰ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਰਿਹਾ ਕਿ ਸਾਨੂੰ ਬੱਚਿਆਂ ਨੂੰ ਇਸ ਤੋਂ ਅੱਗੇ ਸੋਚਣ ਦੀ ਲੋੜ ਆ। ਜਿਹੜਾ ਸਮਾਂ ਆ ਉਹ ਬਦਲ ਗਿਆ ਆ। ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਭੂਤਾਂ ਦੀਆਂ ਜਾਂ ਜਾਦੂਗਰਨੀਆਂ ਦੀਆਂ ਜਾਂ ਖਾਣ ਵਾਲੇ ਚੀਜ਼ਾਂ ਦੇ ਲਾਲਚ ਦੇਣੇ। ਜਿਹੜੀ ਖਾਣ ਵਾਲੀ ਚੀਜ਼ਾਂ ਦੇ ਲਾਲਚ ਦਿੰਦਾ ਸੀ ਵੀ ਅੱਗੇ ਮਠਿਆਈ ਨਹੀਂ ਸੀ ਲੱਭਦੀ ਹੁੰਦੀ, ਬਰਫੀ ਬੜੀ ਵੱਡੀ ਗੱਲ ਹੁੰਦੀ ਸੀ, ਲੱਡੂ ਬੜੀ ਵੱਡੀ ਗੱਲ ਹੁੰਦੀ ਸੀ। ਹੁਣ ਉਹ ਗੱਲਾਂ ਜਿਹੜੀਆਂ ਰਹਿ ਨਹੀਂ ਗਈਆਂ। ਇਸੇ ਤਰ੍ਹਾਂ ਜਿਹੜੀ ਟੈਕਨੋਲੋਜੀ ਆ ਉਹ ਟੈਕਨੋਲੋਜੀ ਅੱਗੇ ਸੀਗੀ ਵੀ ਉੱਥੋਂ ਜੀ ਉਹਦੇ ਵੱਡੇ ਖੰਭ ਸੀ, ਉਹ ਉੜ ਕੇ ਆ ਗਿਆ, ਜਾਂ ਫਿਰ ਜਾਦੂਗਰ ਨੇ ਜੀ ਉਹਨੂੰ ਸ਼ੇਰ ਤੋਂ ਚੂਹਾ ਬਣਾ ਦਿੱਤਾ, ਜਾਂ ਇਸ ਤਰ੍ਹਾਂ ਕਰਤਾ। ਜਿਹੜੀ ਟਰਾਂਸਫਰਮੇਸ਼ਨ ਸੀਗੀ ਜਾਂ ਮਤਲਬ ਬਦਲਾਅ ਸੀਗਾ। ਅਤੇ ਉਹ ਜਿਹੜੀਆਂ ਕਹਾਣੀਆਂ ਸੀਗੀਆਂ, ਲੇਕਿਨ ਅੱਜ ਦੇ ਯੁੱਗ ਦੇ ਵਿੱਚ ਉਹਨਾਂ ਕਹਾਣੀਆਂ ਦੇ ਜਿਹੜੇ ਪ੍ਰਸੰਗ ਹੈ ਉਹ ਤਕਰੀਬਨ ਖਤਮ ਹੋ ਗਏ ਆ।
ਇੱਥੋਂ ਤੱਕ ਕਿ ਜਿਹੜੀਆਂ ਬੱਚਿਆਂ ਦੀਆਂ ਖੇਡਾਂ ਸੀ ਉਹਨਾਂ ਦੇ ਪ੍ਰਸੰਗ ਵੀ ਖਤਮ ਹੋ ਗਏ ਆ। ਅੱਜ ਦੇ ਯੁੱਗ ਵਿੱਚ ਇਹ ਸਾਰੇ ਕੁਝ ਨੂੰ ਦੁਬਾਰਾ ਸੋਚਣ ਦੀ, ਕਰਨ ਦੀ ਤੇ ਨਵੀਂ ਸਾਈਕੋਲੋਜੀ ਦੇ ਨਾਲ, ਮਾਨਸਿਕਤਾ ਦੇ ਨਾਲ, ਨਵੀਂ ਮਾਨਸਿਕਤਾ ਨਾਲ ਅੱਗੇ ਸੋਚਣ ਦੀ ਲੋੜ ਹੈ। ਔਰ ਮੈਂ ਇਸੇ ਦੇ ਉੱਤੇ ਹੀ ਜਿਹੜਾ ਆ ਉਹ ਅੱਗੇ ਕਹਾਣੀਆਂ ਜਿਹੜੀਆਂ ਲਿਖੀਆਂ ਨੇ ਜਾਂ ਇਹਨਾਂ 'ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਆਓ ਆਪਾਂ ਅੱਜ ਹੁਣ ਗੱਲ ਕਰਦੇ ਹਾਂ ਪੰਜਾਬੀ ਕਹਾਣੀ ਦੇ ਵਿਸ਼ਾ ਵਸਤੂ ਦੀ। ਜਿਵੇਂ ਪਹਿਲਾਂ ਮੈਂ ਗੱਲ ਕੀਤੀ ਆ ਕਿ ਦੁਨੀਆ ਦੀਆਂ ਕਹਾਣੀਆਂ ਦੇ ਵਿੱਚ ਕੁਝ ਕੀ ਵਿਸ਼ੇ ਵਸਤੂ ਹਨ ਜਿਨ੍ਹਾਂ ਦੇ ਉੱਤੇ ਗੱਲਬਾਤ ਹੋ ਰਹੀ ਆ। ਮੈਂ ਜਿਹੜੀਆਂ ਕਹਾਣੀਆਂ ਕੁਝ ਕਹਾਣੀਆਂ ਜਿਹੜੀਆਂ ਨੇ ਪੁਰਾਣੇ ਵਿਚਿੱਤਰਤਾ ਦੇ ਵਿੱਚ ਸ਼ੁਰੂ ਕੀਤੀਆਂ ਤੇ ਕੁਝ ਕਹਾਣੀਆਂ ਜਿਹੜੀਆਂ ਨੇ ਉਹ ਅੱਜ ਦੇ ਯੁੱਗ ਵਿੱਚ ਕੀਤੀਆਂ। ਮੇਰਾ ਕਹਾਣੀਆਂ ਦਾ ਸਫ਼ਰ ਬਹੁਤ ਰੌਚਕ ਹੈ। ਮੈਂ ਬੱਚਿਆਂ ਲਈ ਕੋਈ ਕਹਾਣੀਆਂ ਨਹੀਂ ਸੀ ਲਿਖੀਆਂ। ਮੈਂ ਜ਼ਿਆਦਾ ਵਿਅੰਗ ਲਿਖਦਾ ਸੀ ਜਾਂ ਮੈਂ ਲੇਖ ਸੀ ਜਾਂ ਮੇਰੇ ਕਾਲਮ ਦੇ ਵਿੱਚ ਛਪਦਾ ਸੀਗਾ। ਤੇ ਇੱਕ ਦਿਨ ਮੈਂ ਇੱਕ ਛੋਟੀ ਜਿਹੀ ਘਟਨਾ ਵਾਪਰੀ ਤੇ ਮੈਂ ਕਹਾਣੀ ਲਿਖੀ ਕਿ ਕਿਸੇ ਦੇ ਘਰੇ ਕੋਈ ਗਲਹਿਰੀ ਦੇ ਬੱਚੇ ਉੱਤੋਂ ਡਿੱਗ ਪਏ ਦਰਖਤ ਤੋਂ ਕਿਸੇ ਵਜ੍ਹਾ ਕਰਕੇ, ਤੇ ਉਹਨਾਂ ਨੇ ਉਹ ਬੱਚੇ ਜਿਹੜੇ ਸੀਗੇ ਉਹ ਪਾਲ ਲਏ। ਤੇ ਉਹ 3 ਬੱਚੇ ਸੀ, ਇੱਕ ਮਰ ਗਿਆ ਤੇ 2 ਇੱਕ ਦਿਨ ਦੇ ਬੱਚੇ ਜਿਹੜੇ ਸੀਗੇ ਉਹ ਪਾਲ ਲਏ, ਕਿਉਂਕਿ ਕਿਸੇ ਵਜ੍ਹਾ ਕਰਕੇ ਤੁਹਾਨੂੰ ਜਿਵੇਂ ਦੱਸਿਆ ਕਿ ਗਲਹਿਰੀ ਜਿਹੜੀ ਸੀ ਉਹ ਮਰ ਗਈ ਸੀਗੀ। ਤੇ ਉਹਨਾਂ ਨੇ ਉਹ ਘਰ 'ਚ ਪਾਲ ਲਏ ਤੇ ਮੈਨੂੰ ਉਹਨਾਂ ਨੇ ਦੱਸਿਆ ਵੀ ਗਲਹਿਰੀ ਦੇ ਬੱਚੇ ਅਸੀਂ ਪਾਲੇ ਆ, ਇੱਦਾਂ ਦਾ ਸਾਡੇ ਕੋਲ ਆਏ ਆ। ਤੇ ਉਹ ਸਮਾਂ ਪਾ ਕੇ ਬੜੇ ਚੁਸਤ ਹੋ ਗਏ। ਉਹ ਉਹਨਾਂ ਦੇ ਬੱਚਿਆਂ ਦੇ ਨਾਲ ਖੇਡਣ ਲੱਗ ਪਏ ਜਿਵੇਂ ਘਰ ਪਰਿਵਾਰ ਦੇ ਮੈਂਬਰ ਹੁੰਦੇ ਆ। ਤੇ ਉਹ ਹੋ ਗਿਆ ਤੇ ਕਹਿੰਦੇ ਇਹਨਾਂ ਦਾ ਕੀ ਨਾਂ ਰੱਖੀਏ। ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਨਾਂ ਨਿੱਕੂ ਤੇ ਕਿੱਕੂ ਰੱਖ ਦਿਓ। ਉਹਨਾਂ ਦੇ ਨਾਂ ਨਿੱਕੂ ਤੇ ਕਿੱਕੂ ਰੱਖ ਦਿੱਤੇ ਸੀ ਜਿਵੇਂ ਦੱਸਿਆ। ਤੇ ਉਹ ਆਪਣੇ ਆਪ ਨੂੰ ਥੋੜੀ ਦੇਰ ਬਾਅਦ ਪਛਾਣਨ ਵੀ ਲੱਗ ਪਿਆ। ਨਿੱਕੂ ਕਹੇ ਤੇ ਨਿੱਕੂ ਆ ਜਾਂਦਾ ਸੀ, ਕਿੱਕੂ ਕਹੇ ਤੇ ਕਿੱਕੂ ਆ ਜਾਂਦਾ ਸੀਗਾ। ਉਹਨਾਂ ਦੀ ਖੁਰਾਕ ਉਹ ਸਾਰਾ ਕੁਝ ਉਹ ਬੜਾ ਵਧੀਆ ਲੱਗਾ। ਚਲੋ ਮੈਂ ਉਹਦੇ ਤੇ ਇੱਕ ਛੋਟੀ ਜਿਹੀ ਕਹਾਣੀ ਲਿਖ ਦਿੱਤੀ ਤੇ ਉਦੋਂ ਬਾਅਦ ਅਸੀਂ ਬਸ ਭੁੱਲ ਭੱਲ ਗਏ। ਤੇ ਇੱਕ ਦਿਨ ਇੱਕ ਸਭਾ ਵਾਲਿਆਂ ਨੇ ਪ੍ਰੋਗਰਾਮ ਰੱਖਿਆ ਕਿ ਬਾਲ ਕਹਾਣੀਆਂ ਦੇ ਉੱਤੇ ਵਰਕਸ਼ਾਪ ਰੱਖਣੀ ਆ ਡਲਹੌਜ਼ੀ ਦੇ ਵਿੱਚ। ਤੇ ਉਹਨਾਂ ਨੇ ਮੈਨੂੰ ਵੀ ਕਹਿੰਦੇ ਵੀ ਤੂੰ ਵੀ ਆ ਜਾ, ਤੂੰ ਵੀ ਲਿਖਿਆ ਕਰ ਕਹਾਣੀਆਂ, ਬਾਲ ਕਹਾਣੀਆਂ। ਮੈਂ ਕਿਹਾ ਯਾਰ ਮੈਂ ਤਾਂ ਮਤਲਬ ਵਿਅੰਗ ਤੇ ਉਹ ਲਿਖਦਾ ਹੈਗਾ। ਕਹਿੰਦੇ ਨਹੀਂ ਨਹੀਂ, ਬਾਲ ਕਹਾਣੀਆਂ ਵੀ ਲਿਖੋ ਆ ਕੇ, ਜੇ ਹੋਰ ਕੁਛ ਨਹੀਂ ਤਾਂ ਤੂੰ ਬਾਕੀਆਂ ਦੇ ਸੁਣ ਵੀ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਵੀ ਉਹ ਕੀ ਲਿਖਦੇ ਨੇ। ਖੈਰ ਵਾਰਤਕ ਤਾਂ ਮੇਰੀ ਸੀਗੀ ਹੋਈ ਸੀਗੀ, ਮੈਨੂੰ ਲਿਖਣੀ ਤਾਂ ਆਉਂਦੀ ਸੀਗੀ ਉਸ ਹਿਸਾਬ ਨਾਲ ਕੁਛ। ਤੇ ਉੱਥੇ ਚਲੇ ਗਏ ਤੇ ਪਹਿਲਾਂ ਉੱਥੇ ਕਹਿੰਦੇ ਵੀ ਐਂ ਕਰੋ ਵੀ ਪਹਿਲਾਂ ਜਿਹੜੀਆਂ ਕਹਾਣੀਆਂ ਨੇ ਆਪਣੀਆਂ ਆਪਣੀਆਂ ਸੁਣਾਓ ਸਾਰੇ ਜਣੇ। ਤਾਂ ਮੈਨੂੰ ਪਤਾ ਸੀ ਮੇਰੀ ਵਾਰੀ ਆਉਣੀ। ਕੁਦਰਤੀ ਮੈਨੂੰ ਯਾਦ ਆ ਗਿਆ ਵੀ ਮੈਂ ਉਹ ਨਿੱਕੂ ਤੇ ਕਿੱਕੂ ਇੱਕ ਜਿਹੜੀ ਘਟਨਾ ਸੀਗੀ ਉਹ ਕਹਾਣੀ ਵਾਂਗੂ ਲਿਖੀ ਸੀ। ਤੇ ਮੈਂ ਜੀ ਜਦੋਂ ਮੇਰੀ ਵਾਰੀ ਆਈ ਤੇ ਰਾਤ ਨੂੰ 9-10 ਵਜੇ ਤਾਂ ਮੈਂ ਉਹ ਕਹਾਣੀ ਆਪਣੀ ਸੁਣਾਤੀ। ਤੇ ਹੋਇਆ ਕੀ ਵੀ ਜਦੋਂ ਉਹਨਾਂ ਨੇ ਆਪਣੀ ਜੱਜਮੈਂਟ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਭ ਤੋਂ ਓਰੀਜਨਲ ਤੇ ਜਿਹੜੀ ਨਵੀਂ ਕਿਸਮ ਦੀ ਕਹਾਣੀ ਤੇ ਵਾਰਤਕ ਦੇ ਹਿਸਾਬ ਨਾਲ ਵੀ ਇਹ ਕਹਾਣੀ ਸਾਰਿਆਂ ਤੋਂ ਵਧੀਆ ਆ। ਆਪਣੇ ਤਾਂ ਹੌਸਲੇ ਬੁਲੰਦ ਹੋ ਗਏ ਤੇ ਮੈਂ ਕਿਹਾ ਵੀ ਕਮਾਲ ਦੀ ਗੱਲ ਹੋ ਗਈ ਵੀ ਪਹਿਲੀ ਸੱਟੇ ਹੀ ਮਤਲਬ ਇਸ ਤਰ੍ਹਾਂ ਹੋ ਗਏ ਏਡੇ ਏਡੇ ਵੱਡੇ ਸਮਰੱਥ ਬਾਲ ਕਹਾਣੀਆਂ ਦੇ ਜਿਨ੍ਹਾਂ ਦੀਆਂ ਇੰਨੀਆਂ ਕਿਤਾਬਾਂ ਆ ਚੁੱਕੀਆਂ, ਇੰਨਾ ਕੁਝ ਹੋ ਚੁੱਕਾ ਵੀ ਉਹਨਾਂ ਦੇ ਵਿੱਚ ਇਹ ਹੋ ਗਿਆ। ਤੇ ਸੱਚ ਚਲੋ ਐਨੀਵੇ ਜੋ ਵੀ ਹੋਇਆ। ਦੂਜੇ ਦਿਨ ਉਹਨੇ ਕਿਹਾ ਜੀ ਅੱਜ ਵਰਕਸ਼ਾਪ ਹੈ ਵੀ ਮੌਕੇ ਦੇ ਉੱਤੇ ਕਹਾਣੀ ਲਿਖਣੀ ਆ, ਮੌਕੇ ਤੇ ਔਨ ਦਾ ਸਪੌਟ। ਇਹ ਨਵਾਂ ਜੱਬ ਖੜਾ ਕਰਤਾ ਤੇ ਅਸੀਂ ਡਲਹੌਜ਼ੀ ਉੱਤੇ ਹੋਟਲ 'ਚ ਬੜਾ ਖੁੱਲ੍ਹਾ ਵਿਹੜਾ ਜਿਹਾ, ਉੱਥੇ ਸਾਰੇ ਜਣੇ ਬੈਠੇ ਆ, ਕੋਈ ਕਹਾਣੀ ਲਿਖ ਰਿਹਾ ਉਹ ਲੈ। ਤੇ ਮੈਂ ਮੌਜ ਦੇ ਨਾਲ ਨਾ ਲੋਕਾਂ ਨੂੰ ਮਖੌਲ ਕਰਦਾ ਫਿਰਦਾ ਵੀ ਕਿਸੇ ਨੂੰ ਕੁਛ ਕਿਸੇ ਨੂੰ ਕੁਛ। ਤੇ ਮੈਨੂੰ ਪਤਾ ਸੀ ਵੀ ਮੇਰੇ ਤੋਂ ਕਿੱਥੇ ਲਿਖੀ ਜਾਣੀ ਹੈ ਇੱਦਾਂ। ਤੇ ਮੈਂ ਮਖੌਲ ਜਿਹਾ ਕਰਦਾ ਸੀਗਾ ਤੇ ਕਰਦੇ ਕਰਦੇ ਨਾ ਪਤਾ ਨਹੀਂ ਕੀ ਹੋਇਆ 12 ਵਜੇ ਸਬਮਿਸ਼ਨ ਹੋਣੀ ਸੀ, ਪੌਣੇ 12 ਵਜੇ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ। ਔਰ ਮੇਰੇ ਕੋਲ ਨਾ ਕਾਗਜ਼ ਨਾ ਪੈਨ, ਮੈਂ ਕਿਸੇ ਕੋਲੋਂ ਕਾਪੀ ਫੜੀ ਤੇ ਕਿਸੇ ਕੋਲੋਂ ਪੈਨ ਫੜਿਆ ਤੇ ਉੱਥੇ ਬੈਠ ਕੇ ਮੈਂ 10 ਮਿੰਟਾਂ ਦੇ ਵਿੱਚ ਇੱਕ ਕਹਾਣੀ ਲਿਖ ਦਿੱਤੀ, ਚੱਲ ਉਹ ਕਤੂਰਿਆ। ਉਹ ਇੱਕ ਕਤੂਰੇ ਦੀ ਕਹਾਣੀ ਸੀਗੀ ਤੇ ਉਹਦੀ ਆਪਣੇ ਘਰ ਦੇ ਵਿੱਚ ਜਿਹੜਾ ਬੱਚਾ ਜਿਹੜਾ ਉਹਨੇ ਪਾਲਿਆ ਹੋਇਆ ਤੇ ਉਹ ਕਿਵੇਂ ਮਤਲਬ ਉਹਦਾ ਬੂਟ ਚੱਕ ਕੇ ਲੈ ਜਾਂਦਾ ਤੇ ਸਾਰਾ ਤੇ ਰਾਹਾਂ ਦਾ ਉਹ ਕਹਾਣੀ ਮੈਂ ਜੀ ਲਿਖ ਦਿੱਤੀ। ਤੇ ਲਿਖ ਦਿੱਤੀ, ਮੁੜ ਕੇ ਸਬਮਿਟ ਹੋਈ।
ਸਾਰੇ ਤੇ ਦੁਬਾਰਾ ਦੇਖੋ ਕੀ ਕੁਦਰਤ ਦੀ ਮਰਜ਼ੀ ਆ ਜਾਂ ਕੀ ਮੇਰੀ ਕਿਸਮਤ ਹੈ ਜਾਂ ਕੀ ਆ ਵੀ ਦੁਬਾਰਾ ਫਿਰ ਜਦੋਂ ਕਹਾਣੀਆਂ ਦੀ ਵੈਲਿਊਏਸ਼ਨ ਹੋਈ ਤਾਂ ਉਹ ਕਹਿੰਦੇ ਵੀ ਇਹ ਸਭ ਤੋਂ ਵਧੀਆ ਕਹਾਣੀਆਂ ਵੀ ਫਿਰ ਓਰੀਜਨਲ ਕਹਾਣੀ ਆ ਇਹ ਤੇ ਵੀ ਵਧੀਆ ਕਹਾਣੀ ਆ। ਤੇ ਮੈਨੂੰ ਸ਼ਰਮ ਵੀ ਬੜੀ ਆਈ ਵੀ ਯਾਰ ਐਡੇ ਐਡੇ ਬੰਦੇ ਸਾਰੇ ਬੈਠੇ ਆ ਤੇ ਮੈਂ ਇਹਨਾਂ ਲੋਕਾਂ ਦੇ ਵਿੱਚ ਇਹ ਕੀ ਹੋ ਰਿਹਾ। ਖੈਰ ਐਨੀਵੇ, ਪਰ ਉਸ ਨੇ ਮੈਨੂੰ ਇਹ ਹੌਸਲਾ ਦਿੱਤਾ ਕਿ ਉਦੋਂ ਬਾਅਦ ਮੈਂ ਕਹਾਣੀਆਂ ਲਿਖੀਆਂ। ਉਦੋਂ ਬਾਅਦ ਮੇਰੀਆਂ ਤਕਰੀਬਨ ਹੁਣ ਤੱਕ 15 ਕਿਤਾਬਾਂ ਜਿਹੜੀਆਂ ਨੇ ਬਾਲ ਕਹਾਣੀਆਂ ਦੀਆਂ ਆ ਚੁੱਕੀਆਂ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਵਿਸ਼ੂ ਵਸਤੂ ਨੇ ਤਕਰੀਬਨ ਸਾਰੇ ਹੀ ਨਵੇਂ ਨੇ ਕਿਉਂਕਿ ਮੈਂ ਫਿਲਾਸਫੀ ਦਾ ਵੀ ਸਟੂਡੈਂਟ ਰਿਹਾ, ਸਾਈਕੋਲੋਜੀ ਦਾ। ਇਸ ਕਰਕੇ ਮੇਰੀਆਂ ਕਹਾਣੀਆਂ ਦੇ ਵਿੱਚ ਬਾਲ ਸਾਈਕੋਲੋਜੀ ਤੇ ਜਿਹੜਾ ਵੱਡਾ ਫਲਸਫਾ, ਜਿਹੜਾ ਜੀਵਨ ਦਾ ਫਲਸਫਾ, ਉਹਦੇ ਵਿੱਚੋਂ ਕਿਤੇ ਨਾ ਕਿਤੇ ਮੈਂ ਉਹਨੂੰ ਕੋਈ ਨਾ ਕੋਈ ਲਾਈਨ ਲਾ ਕੇ ਕੁਛ ਨਾ ਕੁਛ ਕਰਕੇ ਇੱਦਾਂ ਦਾ ਆਟੋਮੈਟਿਕ ਹੀ ਜਾਂ ਕਹਿ ਲਓ ਆਪਣੇ ਆਪ ਹੀ ਇਹ ਕੰਮ ਹੋ ਜਾਂਦਾ। ਔਰ ਜਿਹੜੀਆਂ ਮੇਰੀਆਂ ਕਹਾਣੀਆਂ ਨੇ ਇਸੇ ਕਰਕੇ ਬਹੁਤ ਹੀ ਅਸੈਪਟੇਬਿਲਿਟੀ ਹੋਈ ਆ। ਮੇਰੀ ਆਸ ਤੋਂ ਵੱਧ ਮੈਨੂੰ ਜਿਹੜਾ ਆ ਮਾਣ ਮਿਲਿਆ ਹੈਗਾ ਲੋਕਾਂ ਕੋਲੋਂ। ਕਿਤਾਬਾਂ ਮੇਰੀਆਂ ਹਮੇਸ਼ਾ ਹੀ ਸ਼ਾਰਟ ਸਪਲਾਈ ਜਿਹੜੀਆਂ ਨੇ ਸੱਤ ਵਾਲਿਆਂ ਨੇ ਵੀ ਛਾਪੀਆਂ ਨੇ, ਆਪ ਵੀ ਕੀਤੀਆਂ ਨੇ, ਹੋਰਨਾਂ ਨੇ ਵੀ ਕੀਤੀਆਂ ਨੇ, ਪਬਲਿਸ਼ਰਾਂ ਨੇ ਵੀ ਕੀਤੀਆਂ ਨੇ ਤੇ ਕਿਸੇ ਵੱਲੋਂ ਕੋਈ ਇਹ ਸ਼ਿਕਾਇਤ ਨਹੀਂ ਆਈ ਕਿ ਮੇਰੀਆਂ ਕਹਾਣੀਆਂ ਦੇ ਵਿੱਚ ਜਿਹੜਾ ਵਿਸ਼ਾ ਵਸਤੂ ਆ ਜਾਂ ਬੱਚਿਆਂ ਦੇ ਮੈਨੂੰ ਫੋਨ ਆਉਂਦੇ ਨੇ ਜਾਂ ਵੱਡਿਆਂ ਦੇ ਆਉਂਦੇ ਨੇ ਤੇ ਵੀ ਉਹ ਇੱਥੋਂ ਤੱਕ ਕਿ ਕਈ ਬੰਦਿਆਂ ਨੇ ਤਾਂ ਇਹ ਵੀ ਕਿਹਾ ਵੀ ਪੰਚਤੰਤਰ ਦੀਆਂ ਕਹਾਣੀਆਂ ਤੋਂ ਵੀ ਜ਼ਿਆਦਾ ਇੰਟਰਸਟਿੰਗ ਕਹਾਣੀਆਂ ਨੇ ਇਹ ਬੱਚਿਆਂ ਲਈ ਕਿਉਂਕਿ ਅੱਜ ਦੇ ਵਿਸ਼ਿਆਂ ਉੱਤੇ ਆ ਜਿਵੇਂ ਕੰਪਿਊਟਰ ਦੇ ਨਾਲ ਰਿਐਕਸ਼ਨ ਹੈ ਵੀ ਕੰਪਿਊਟਰ ਦਾ ਕੀ ਆ, ਫਿਰ ਬੱਚਿਆਂ ਦੀ ਲਾਪਰਵਾਹੀ ਉੱਤੇ, ਮੌਸਮ ਦੇ ਹਿਸਾਬ ਨਾਲ ਫੁੱਲਾਂ ਦੇ ਰੰਗਾਂ ਉੱਤੇ ਆ, ਇਸ ਤਰ੍ਹਾਂ ਦੀਆਂ ਚਿੜੀਆਂ, ਗੁਆਚੇ ਹੋਏ ਪੰਛੀ ਦੀ ਆਜ਼ਾਦੀ ਕੀ ਹੁੰਦੀ ਆ, ਇੱਦਾਂ ਦੀਆਂ ਚੀਜ਼ਾਂ ਉੱਤੇ ਬਹੁਤ ਨੇ। ਤੇ ਫਿਰ ਜਦੋਂ ਆ ਕੋਵਿਡ ਦਾ ਸਮਾਂ ਆਇਆ 2019 ਦੇ ਵਿੱਚ 2020 ਚ ਆਇਆ ਤੇ ਉਦੋਂ ਫਿਰ ਮੈਨੂੰ ਐਂ ਲੱਗਾ ਵੀ ਮੇਰਾ ਜਿਹੜਾ ਜੋ ਕੁਛ ਇੰਨਾ ਕੁਛ ਪੜ੍ਹਿਆ ਹੋਇਆ ਇੰਨਾ ਕੀਤਾ ਹੈ ਤੇ ਮੈਨੂੰ ਆਪਣੇ ਰੁਝੇਵੇਂ ਖਾਤਰ ਵੀ ਤੇ ਇਹ ਜਿਹੜੀਆਂ ਕਹਾਣੀਆਂ ਲਿਖਣੀਆਂ ਚਾਹੀਦੀਆਂ ਨੇ, ਹੋਰ ਕਹਾਣੀਆਂ ਲਿਖਣੀਆਂ ਚਾਹੀਦੀਆਂ ਨੇ। ਫਿਰ ਮੈਂ ਸੋਚਿਆ, ਫਿਰ ਮੈਂ ਬਾਕੀ ਭਾਸ਼ਾਵਾਂ ਦਾ ਅਧਿਐਨ ਕਰਕੇ ਉਹਦੇ ਵਿੱਚੋਂ ਇਹ ਸੋਚਿਆ ਕਿ ਵੀ ਜਿਹੜਾ ਹੈਗਾ ਆ ਕਹਾਣੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਦੁਨੀਆ ਦੇ ਵਿੱਚ ਨਹੀਂ ਲਿਖੀਆਂ ਗਈਆਂ ਤੇ ਜਿਨ੍ਹਾਂ ਦੇ ਸਬਜੈਕਟਸ ਉੱਤੇ ਨਹੀਂ ਲਿਖੀਆਂ ਗਈਆਂ। ਸੋ ਮੈਂ ਭਾਈ ਉਦੋਂ ਰੋਜ਼ ਫਿਰ 1 ਮਹੀਨੇ ਬਾਅਦ ਮਤਲਬ ਮਾਰਚ ਦੇ ਵਿੱਚ ਲੱਗਾ ਤੇ ਅਪ੍ਰੈਲ ਦੇ ਵਿੱਚ ਮੈਂ ਇਹ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਮੈਂ ਰੋਜ਼ ਇੱਕ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਤੇ ਲੱਕੀਲੀ ਇੱਕ ਸਾਡੇ PhD ਸਟੂਡੈਂਟ ਸੀ ਲੜਕੀ, ਉਹਨੇ ਕਿਹਾ ਵੀ ਮੇਰੀਆਂ ਇਹ ਕਹਾਣੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਨੇ ਵੀ ਮੈਂ ਇਹਨਾਂ ਨੂੰ ਆਵਾਜ਼ ਦੇ ਦੇਵਾਂ ਕਿ ਮੈਂ ਵੀ ਚਾਹੁੰਦਾ ਸੀ ਵੀ ਉਹਨਾਂ ਨੂੰ ਆਵਾਜ਼ ਦਿੱਤੀ ਜਾਵੇ। ਤੇ ਉਹਨਾਂ ਨੇ ਰੋਜ਼ ਦੀ ਰੋਜ਼ ਮੈਂ ਕਹਾਣੀ ਲਿਖਣੀ, ਉਹਨਾਂ ਨੇ ਉਹਨੂੰ ਆਵਾਜ਼ ਆਡੀਓ ਬਣਾ ਲੈਣੀ ਤੇ ਉਹ ਆਡੀਓ ਬਣਾ ਕੇ ਮੁੜ ਕੇ YouTube ਤੇ ਪਾਈਆਂ ਤੇ ਉਹ ਕਾਫੀ ਅੱਛਾ ਰਿਸਪੌਂਸ ਆਇਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਦ ਅਸੀਂ ਅੱਜ ਦੇ ਯੁੱਗ ਦੇ ਬੱਚਿਆਂ ਦੀ ਗੱਲ ਕਰਦੇ ਹਾਂ ਤੇ ਅੱਜ ਦੇ ਯੁੱਗ ਦੇ ਬੱਚਿਆਂ ਦੇ ਹਾਣ ਦੀ ਗੱਲ ਲਿਖਦੇ ਹਾਂ ਤਾਂ ਉਹ ਕਹਾਣੀਆਂ ਦਾ ਪ੍ਰਵਾਨ ਹੋਣਾ ਬਹੁਤ ਸੌਖਾ ਆ। ਅੱਜ ਬੱਚਿਆਂ ਨੂੰ ਮੋਰ ਨੱਚਦੇ ਨਾ ਦਿਖਦੇ ਨੇ, ਨਾ ਉਹ ਦੇਖਣ ਚਾਹੁੰਦੇ ਆ, ਨਾ ਉਹਨਾਂ ਨੂੰ ਬੱਦਲਾਂ ਦੀ ਗੜਗੜਾਹਟ ਚੰਗੀ ਲੱਗਦੀ ਹੈ ਤੇ ਚੰਗੀ ਲੱਗਦੀ ਜਾਂ ਉਹਨਾਂ ਕੋਲ ਹੈ ਹੀ ਨਹੀਂ, ਸਮਾਂ ਹੀ ਹੈ ਨਹੀਂ ਦੇਖਣ ਦਾ। ਤੇ ਗਾਹਾਂ ਤੇ ਗਾਹਾਂ ਹੁਣ ਤਾਂ ਹੋਰ ਸਮਾਂ ਬਦਲ ਗਿਆ ਜਦੋਂ ਆਨਲਾਈਨ ਐਜੂਕੇਸ਼ਨ ਹੋ ਗਈ ਆ। ਇਹ ਆਨਲਾਈਨ ਐਜੂਕੇਸ਼ਨ ਹੋ ਗਈ ਆ, ਇਹਦੇ ਵਿੱਚੋਂ ਨਵੀਆਂ ਪ੍ਰੋਬਲਮਸ ਤੇ ਨਵੇਂ ਇੰਟਰਸਟ ਪੈਦਾ ਹੋ ਰਹੇ ਆ ਤੇ ਉਹ ਹੁਣ ਮੇਰੇ ਅੰਦਰ ਉਹੋ ਜਿਹੀਆਂ 10-15 ਕਹਾਣੀਆਂ ਬਣੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਦਿਨ ਮੇਰਾ ਮੂਡ ਬਣ ਗਿਆ ਤੇ ਮੈਂ ਇਹ ਜਿਹੜੀ ਆਨਲਾਈਨ ਪੜ੍ਹਾਈ ਦੇ ਵਿੱਚ ਜੋ ਇੰਟਰਸਟਿੰਗ, ਜੋ ਨਵਾਂ ਤੇ ਜੋ ਮਾੜਾ ਤੇ ਜੋ ਚੰਗਾ ਹੋ ਰਿਹਾ, ਮੇਰੀ ਸਲਾਹ ਆ ਕਿ ਇਹਨਾਂ ਦੇ ਉੱਤੇ ਵੀ ਜਿਹੜੀਆਂ ਕਹਾਣੀਆਂ ਨੇ ਬੱਚਿਆਂ ਦੇ ਲਈ ਲਿਖੂੰਗਾ। ਵੱਡਿਆਂ ਲਈ ਤਾਂ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਵੱਡਿਆਂ ਲਈ ਵੀ ਨਾਲ ਹੀ ਹੁੰਦੀਆਂ ਨੇ ਕਿਉਂਕਿ ਹਰ ਬੰਦੇ ਦੇ ਅੰਦਰ ਇੱਕ ਬੱਚਾ ਬੈਠਾ, 80 ਸਾਲ ਦੇ ਬੰਦੇ ਦੇ ਅੰਦਰ ਵੀ ਬੱਚਾ ਬੈਠਾ, 40 ਸਾਲ ਦੇ ਬੰਦੇ ਦੇ ਅੰਦਰ ਵੀ ਬੱਚਾ ਬੈਠਾ। ਸੋ ਜਿਹੜਾ ਕਹਾਣੀ ਆ ਉਹ ਤੁਹਾਡੇ ਅੰਦਰਲੇ ਬੈਠੇ ਹੋਏ ਬੱਚੇ ਲਈ ਆ। ਉਮਰ ਤੁਹਾਡੀ ਕੀ ਆ ਇਹ ਕੋਈ ਮੈਨੂੰ ਲੋਕੀ ਕਹਿਣਗੇ ਜੀ ਇਹ 3 ਸਾਲ ਦੇ ਲਈ ਆ, 13 ਸਾਲ ਦੇ ਲਈ ਆ। ਮੈਂ ਕਹਿੰਦਾ ਉਹਨਾਂ ਨੂੰ ਨਹੀਂ, ਕਹਾਣੀ ਹਰ ਇੱਕ ਲਈ ਆ, ਉਹ ਤੁਹਾਡੇ ਅੰਦਰਲੇ ਬੱਚੇ ਲਈ ਆ। ਉਹ ਬੱਚੇ ਦਾ ਹਰ ਇੱਕ ਦਾ IQ ਅਲੱਗ-ਅਲੱਗ ਹੋ ਸਕਦਾ ਉਮਰ ਦੇ ਨਾਲ। IQ ਨਹੀਂ ਮੇਰਾ ਮਤਲਬ ਕਹਿਣ ਦਾ, ਉਹਦੀ ਨੌਲੇਜ ਬੇਸ ਜਿਹੜਾ ਆ, ਜਿਹੜੀ ਉਹਦੀ ਗਿਆਨ ਹੈ ਉਹ ਵੱਧ ਘੱਟ ਹੋ ਸਕਦਾ ਤੇ ਲੇਕਿਨ ਉਹ ਜਿਹੜੀ ਕਹਾਣੀ ਆ ਉਹ ਭਾਸ਼ਾ ਦਾ ਥੋੜ੍ਹਾ ਬਹੁਤਾ ਫਰਕ ਹੋ ਸਕਦਾ ਪਰ ਕਹਾਣੀ ਤੁਹਾਡੇ ਅੰਦਰ ਬੈਠੇ ਹੋਏ ਬੱਚੇ ਲਈ ਹੁੰਦੀ ਆ। ਉਹਦਾ ਤੁਹਾਡੀ ਜਿਹੜੀ ਉਮਰ ਹੈ ਉਹਦੇ ਨਾਲ
ਕੋਈ ਸੰਬੰਧ ਨਹੀਂ। ਤੇ ਫਿਰ ਗਾਹਾਂ ਅੱਗੇ ਹੋਰ ਵਿਸ਼ੇ ਤੇ ਗੱਲ ਕਰਾਂਗੇ।